स्वागत है जी तुहाडा सारिਆਂ ਦਾ अपने चैनल ਦੇ ਵਿੱਚ। ਜਿਹੜੀ ਅੱਜ ਦੀ ਵੀਡੀਓ ਆ ਇਹ ਬਣਾਵਾਂਗੇ ਜੀ ਆਪਾਂ ਪ੍ਰੈਂਬਲ ਦੇ ਬਾਰੇ, ਪ੍ਰੈਂਬਲ ਆਫ ਦੀ ਕਨਸਟੀਟਿਊਸ਼ਨ। ਇਸ ਤੋਂ ਪਹਿਲਾਂ ਆਪਾਂ ਕਨਸਟੀਟਿਊਸ਼ਨ ਦੇ ਬੇਸਿਕ ਬਾਰੇ ਪੜ੍ਹ ਚੁੱਕੇ ਹਾਂ, ਸੋਸ਼ਲ ਸਾइलेंट फीचर्स ऑफ कॉन्स्टिट्यूशन ਉਹਦੇ ਬਾਰੇ ਪੜ੍ਹ ਚੁੱਕੇ ਹਾਂ। ਹੁਣ ਆਪਣਾ ਆ ਗਿਆ ਪ੍ਰੈਂਬਲ ਆਫ कॉन्स्टिट्यूशन। ਪ੍ਰੈਂਬਲ ਆਫ कॉन्स्टिट्यूशन ਜਿਹੜਾ ਇਹ ਪਾਰਟ ਆ, ਇਹ ਸਭ ਤੋਂ ਪਹਿਲਾ ਪੇਜ ਇੱਕ ਤਰ੍ਹਾਂ ਦੀ ਜਿਵੇਂ ਆਪਾਂ ਕਹਿ ਲਓ ਵੀ ਇੱਕ ਕੋਈ ਵੀ ਕਿਤਾਬ ਆ ਉਹਦੇ ਮੂਹਰੇ ਤੇ ਸਾਰਾ ਚਾਰਟ ਬਣਿਆ ਹੁੰਦਾ ਵੀ ਕਿਹੜੇ ਚੈਪਟਰ ਦੇ ਇਹਦਾ ਬੇਸਿਕ ਕੀ ਹੈ ਇਹਦੇ ਅੰਦਰ ਲਿਖਿਆ ਹੋਇਆ। ਉਵੇਂ ਪ੍ਰੈਂਬਲ ਕੀ ਆ, ਕਨਸਟੀਟਿਊਸ਼ਨ ਦਾ ਇੱਕ ਪਹਿਲਾ ਪੇਜ ਆ ਜਿਹਦੇ ਵਿੱਚ ਲਿਖਿਆ ਸਾਰਾ ਦੱਸਿਆ ਗਿਆ ਵੀ ਜਿਹੜਾ ਇਹ ਸੰਵਿਧਾਨ ਆ, ਜਿਹੜਾ ਇਹ ਕਨਸਟੀਟਿਊਸ਼ਨ ਆ, ਇਹ ਕਾਹਦੇ ਬੇਸ 'ਤੇ ਕਿਹੜੀ ਸਾਈਕੋਲੋਜੀ ਲੈ ਕੇ ਜਿਹੜਾ ਸੰਵਿਧਾਨ ਆ ਲਿਖਿਆ ਗਿਆ। ਆਪਣੇ ਪ੍ਰੈਂਬਲ ਆਫ ਕਨਸਟੀਟਿਊਸ਼ਨ ਨੂੰ ਐਨ.ਏ. ਪਲਕੀ ਵਾਲਾ ਜਿਹੜਾ ਇੱਕ ਆਪਣਾ ਹੋਏ ਨੇ N.K. ਪਲਕੀ ਵਾਲਾ, ਉਹਨਾਂ ਨੇ ਇਸ ਨੂੰ ਆਇਡੈਂਟੀਟੀ ਕਾਰਡ ਆਫ ਕਨਸਟੀਟਿਊਸ਼ਨ ਵੀ ਕਿਹਾ ਗਾ। N.A. ਪਲਕੀ ਵਾਲਾ ਫਰੀडम फाइटर ਹੋਏ ਨੇ। ਇਹਨਾਂ ਨੇ ਜਿਹੜਾ ਸੰਵਿਧਾਨ ਦਾ ਪਹਿਲਾ ਪ੍ਰੈਂਬਲ ਆ, ਪਹਿਲਾ ਪੇਜ, ਇਹਨੂੰ ਆਇਡੈਂਟੀਫਾਈ ਕੀਤਾ ਐਜ਼ ਆ ਆਇਡੈਂਟੀਟੀ ਕਾਰਡ ਆਫ ਕਨਸਟੀਟਿਊਸ਼ਨ। ਆਇਡੈਂਟੀਟੀ ਕਾਰਡ ਆਫ ਕਨਸਟੀਟਿਊਸ਼ਨ ਭਾਵ ਸੰਵਿਧਾਨ ਦਾ ਆਇਡੈਂਟੀਟੀ ਕਾਰਡ ਆ ਕਹਿੰਦੇ ਜਿਹੜਾ ਪ੍ਰੈਂਬਲ ਆਪਣਾ। ਸੋ ਇਹ ਸਵਾਲ ਆ ਸਕਦਾ ਜੀ ਵੀ ਆਇਡੈਂਟੀਟੀ ਕਾਰਡ ਆਫ ਕਨਸਟੀਟਿਊਸ਼ਨ ਪ੍ਰੈਂਬਲ ਨੂੰ ਕਿਹਨੇ ਕਿਹਾ? ਤਾਂ ਉਹ ਕਿਹਨੇ ਕਿਹਾ? N.A. ਪਲਕੀ ਵਾਲਾ ਨੇ। ਜਾਂ ਦੂਜੇ ਲੋੜ ਵੀ ਪੁੱਛ ਸਕਦੇ ਵੀ N.A. ਪਲਕੀ ਵਾਲੇ ਨੇ ਕੀ ਪਦਵੀ ਦਿੱਤੀ ਹੈ ਪ੍ਰੈਂਬਲ ਨੂੰ? ਤਾਂ ਉਹ ਹੈਗਾ ਆਇਡੈਂਟੀਟੀ ਕਾਰਡ ਆਫ ਕਨਸਟੀਟਿਊਸ਼ਨ। ਸ਼ੁਰੂ ਦੇ ਵਿੱਚ ਜਦੋਂ ਇਹ ਪ੍ਰੈਂਬਲ ਲਿਖਿਆ ਗਿਆ ਸੀ, ਇਹਦੇ ਵਿੱਚ ਦੇਖੋ ਪਹਿਲਾਂ ਆਪਾਂ ਪ੍ਰੈਂਬਲ ਪੜ੍ਹਦੇ ਹਾਂ। We the people of India having solemnly resolved to constitute India into a sovereign, socialist, secular, democratic republic and to secure to all its citizens justice, liberty, equality, fraternity। ਇਹ ਸਾਰੀਆਂ ਚੀਜ਼ਾਂ ਨੇ ਜਿਹੜੇ ਇਹ ਸ਼ਬਦ ਨੇ ਮੇਨ ਲਿਖੇ ਹੋਏ, ਇਹ ਬਹੁਤ ਇੰਪੋਰਟੈਂਸ ਰੱਖਦੇ ਆ। ਭਾਵ ਇਹ ਕਹਿੰਦੇ ਵੀ ਜਿਹੜੇ ਇਸ ਪ੍ਰੈਂਬਲ ਕੀ ਕਹਿੰਦਾ ਸ਼ੁਰੂਆਤ ਦੇ ਵਿੱਚ ਵੀ ਜੇ ਅਸੀਂ ਇੰਡੀਆ ਦੇ ਲੋਕਾਂ ਨੂੰ ਇੱਕ ਜਿਹੜਾ ਇੰਡੀਆ ਸਵਰਨ ਇੰਡੀਆ, ਇੱਕ ਸਵਰਨ ਦੇਸ਼ ਦੇਣ ਜਾ ਰਹੇ ਹਾਂ, ਸੋਸ਼ਲਿਸਟ ਆਈਡੀਓਲੋਜੀ ਦੇਣ ਜਾ ਰਹੇ ਹਾਂ, ਸੈਕੂਲਰ ਹਰ ਧਰਮ ਦਾ ਇੱਥੇ ਸਤਿਕਾਰ ਹੋਊਗਾ, ਇੱਕ ਅਜਿਹਾ ਸੰਵਿਧਾਨ ਪੈਦਾ ਕਰ ਰਹੇ ਹਾਂ। ਇੱਕ ਅਜਿਹਾ ਸੰਵਿਧਾਨ ਇਹ ਲਿਖਿਆ ਗਿਆ ਜਿਸ ਦੇ ਵਿੱਚ ਇੱਥੋਂ ਦੇ ਨਾਗਰਿਕ ਸੈਕੂਲਰ ਹੋਣਗੇ, ਕੋਈ ਵੀ ਆਪਦਾ ਧਰਮ ਕਿਵੇਂ ਵੀ ਆਪਦਾ ਪੂਜ ਸਕਦਾ। ਉਹਦਾ ਡੈਮੋਕ੍ਰੈਟਿਕ ਤਰੀਕੇ ਨਾਲ ਇੱਥੇ ਦੀ ਗੌਰਮੈਂਟ ਰੂਲ ਕਰੂਗੀ। ਅਤੇ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਆਪਣੇ ਸੰਵਿਧਾਨ ਦੇ ਵਿੱਚ ਦੇ ਪਹਿਲੇ ਪਾਰਟ ਪ੍ਰੈਂਬਲ ਦੇ ਵਿੱਚ ਲਿਖੀਆਂ ਗਈਆਂ ਨੇ। ਜਿਹੜੇ ਸ਼ਬਦ ਇੱਥੇ ਆ ਗਏ ਸੋਸ਼ਲਿਸਟ, ਉਸ ਤੋਂ ਬਾਅਦ ਸੈਕੂਲਰ, ਇਹ ਜਿਹੜੇ ਇਹ ਦੋ ਸ਼ਬਦ ਨੇ ਸੋਸ਼ਲਿਸਟ, ਸੈਕੂਲਰ, ਅਤੇ ਇੱਕ ਹੈ ਇੰਟੀਗ੍ਰਿਟੀ। ਇੰਟੀਗ੍ਰਿਟੀ ਮੈਨੂੰ ਲੱਗਦਾ ਇਹਦੇ ਵਿੱਚ ਲਿਖਿਆ ਨਹੀਂ ਹੋਇਆ। ਤਿੰਨ ਸ਼ਬਦ ਨੇ ਜੀ ਆਪਣੇ ਕੋਲ, ਸੋਸ਼ਲਿਸਟ, ਸੈਕੂਲਰ ਅਤੇ ਇੰਟੀਗ੍ਰਿਟੀ, ਜਿਹੜਾ ਕਿ ਇਸ ਪ੍ਰੈਂਬਲ ਦੇ ਵਿੱਚ ਨਹੀਂ ਲਿਖਿਆ, ਲੱਗਦਾ ਪੁਰਾਣਾ ਪ੍ਰੈਂਬਲ ਚੱਕਿਆ ਗਿਆ। ਇਹਦੇ ਵਿੱਚ ਇੰਟੀਗ੍ਰਿਟੀ ਸ਼ਬਦ ਨਹੀਂ ਹੈਗਾ ਜੀ। ਸੋ ਤੁਸੀਂ ਯਾਦ ਰੱਖਿਓ ਸੋਸ਼ਲਿਸਟ, ਸੋਸ਼ਲਿਸਟ, ਸੈਕੂਲਰ ਅਤੇ ਇੰਟੀਗ੍ਰਿਟੀ। ਇਹ ਤਿੰਨ ਸ਼ਬਦ ਨੇ ਜਿਹੜੇ ਇਸ ਪ੍ਰੈਂਬਲ ਦੇ ਵਿੱਚ 42 ਅਮੈਂਡਮੈਂਟ ਐਕਟ ਹੋਇਆ ਸੀਗਾ, ਅਮੈਂਡਮੈਂਟ ਕੀਤੀ ਗਈ ਸੀਗੀ ਪ੍ਰੈਂਬਲ ਦੇ ਵਿੱਚ 42 ਅਮੈਂਡਮੈਂਟ ਐਕਟ
ਆਫ 1976 1976 ਦੇ ਵਿੱਚ ਅਮੈਂਡਮੈਂਟ ਕੀਤੀ ਗਈ ਸੀ ਕੌਂਸਟੀਟਿਊਸ਼ਨ ਦੇ ਵਿੱਚ ਇੱਕ ਐਕਟ ਰਾਹੀਂ, ਜਿਹੜਾ ਕਿ 42ਵਾਂ ਅਮੈਂਡਮੈਂਟ ਐਕਟ ਕਿਹਾ ਜਾਂਦਾ, ਜਿਸ ਨੂੰ ਕਿ 1976 ਉਸ ਦੇ ਵਿੱਚ ਪ੍ਰੈਂਬਲ ਦੇ ਵਿੱਚ ਕੁਝ ਸੋਧਾਂ ਲਿਆਂਦੀਆਂ ਗਈਆਂ ਸੀ। ਉਹ ਸੋਧਾ ਮੇਨ ਕੀ ਸੀ, ਉਹਦੇ ਪ੍ਰੈਂਬਲ ਦੇ ਵਿੱਚ ਇਹ 3 ਸ਼ਬਦ ਨੇ ਜਿਹੜੇ ਇੰਕਲੂਡ ਕੀਤੇ ਗਏ ਸੀ। ਤਾਂ ਇੱਥੇ ਵੀ ਇੱਕ MCQ ਬਣਦਾ ਵੀ ਆਪਾਂ ਨੂੰ ਕਹਿ ਦੇਣਗੇ ਵੀ ਇਹਦੇ 4 ਮੰਨ ਲਓ ਸ਼ਬਦ ਦੇ ਤੇ ਸਵਰਨ, ਸੋਸ਼ਲਿਸਟ, ਸੈਕੂਲਰ ਅਤੇ ਇੰਟੀਗ੍ਰੇਟਿਵ। ਇਹਨਾਂ 4 ਦੇ ਵਿੱਚੋਂ ਕਿਹੜਾ ਸ਼ਬਦ ਹੈ ਜਿਹੜਾ ਕਿ 42ਵੀਂ ਅਮੈਂਡਮੈਂਟ ਦੇ ਨਾਲ ਨਹੀਂ ਬਲਕਿ ਪਹਿਲਾਂ ਦਾ ਇੰਕਲੂਡ ਸੀ, ਤਾਂ ਉਹ ਆਪਾਂ ਨੂੰ ਪਤਾ ਲੱਗ ਜੂ ਸਵਰਨ ਆ, ਕਿਉਂਕਿ ਸੋਸ਼ਲਿਸਟ, ਸੈਕੂਲਰ ਅਤੇ ਇੰਟੀਗ੍ਰਿਟੀ SSI ਸੋਸ਼ਲਿਸਟ, ਸੈਕੂਲਰ ਅਤੇ ਇੰਟੀਗ੍ਰਿਟੀ, ਚਾਹੇ ISS ਲਿਖ ਲਓ ਜਿਵੇਂ ਤੁਹਾਨੂੰ ਵਧੀਆ ਲੱਗਦਾ, ਜਿਵੇਂ ਤੁਸੀਂ ਵਧੀਆ ਸਮਝ ਸਕਦੇ ਹੋ, ਯਾਦ ਰੱਖ ਸਕਦੇ ਹੋ। ਮੇਨਲੀ ਇਹ 3 ਸ਼ਬਦ ਸੀਗੇ ਪ੍ਰੈਂਬਲ ਦੇ ਵਿੱਚ ਬਾਅਦ ਦੇ ਵਿੱਚ 42ਵੀਂ ਅਮੈਂਡਮੈਂਟ ਐਕਟ ਆਫ 1976 ਦੇ ਅਧੀਨ ਪ੍ਰੈਂਬਲ ਦੇ ਵਿੱਚ ਇੰਕਲੂਡ ਕੀਤੇ ਗਏ ਨੇ ਇਹ 3 ਸ਼ਬਦ। ਇਹ ਇੱਕ ਬਹੁਤ ਇੰਪੋਰਟੈਂਟ ਮਤਲਬ MCQ ਇਸ ਚੀਜ਼ ਦੇ ਉੱਤੇ ਬਣ ਜਾਂਦਾ। ਤੋ ਇਹ ਤਾਂ ਸੀਗਾ ਆਪਣਾ ਜੀ ਪ੍ਰੈਂਬਲ ਦੇ ਬਾਰੇ। ਉਹਦਾ 2 ਚੀਜ਼ਾਂ ਇਸ ਪ੍ਰੈਂਬਲ ਦੇ ਵਿੱਚ ਮੇਨ ਨੇ, ਇਹਦੇ ਬਾਰੇ ਆਪਾਂ ਨੂੰ ਜ਼ਰੂਰੀ ਹੈ ਜਿਹੜਾ ਜਾਣਨਾ। ਪਹਿਲਾ ਵੀ ਪ੍ਰੈਂਬਲ ਹੀ ਨਾਈਦਰ ਸੋਰਸ ਆਫ ਪਾਵਰ, ਇਹ ਪ੍ਰੈਂਬਲ ਹੈ ਜਿਹੜਾ ਇਹ ਕੋਈ ਵੀ ਇੱਕ ਸੋਰਸ ਆਫ ਪਾਵਰ ਨਹੀਂ ਹੈਗਾ ਲੈਜਿਸਲੇਚਰ ਬਾਰੇ, ਨਾ ਹੀ ਇਹ ਤੇ ਲੈਜਿਸਲੇਚਰ ਦੀਆਂ ਪਾਵਰਾਂ 'ਤੇ ਕੋਈ ਪ੍ਰੋਹਿਬਿਸ਼ਨ ਆ, ਇਹ ਸਿੰਪਲ ਇੱਕ ਆਇਡੈਂਟੀਟੀ ਕਾਰਡ ਆ। ਸੈਕਿੰਡ, ਇਟ ਇਜ਼ ਨਾਟ ਜਸਟਿਸੇਬਲ, ਆਪਾਂ ਇਸ ਪ੍ਰੈਂਬਲ ਨੂੰ ਲੈ ਕੇ ਕਿਸੇ ਵੀ ਕੋਰਟ ਦੇ ਵਿੱਚ ਨਹੀਂ ਜਾ ਸਕਦੇ, ਇਹ ਜਸਟਿਸੇਬਲ ਨਹੀਂ ਗਾ, ਇਹ ਸਿਰਫ ਇੱਕ ਕੀ ਆ ਆਇਡੈਂਟੀਟੀ ਕਾਰਡ ਆ ਜਿਹੜਾ ਕਿ ਦੱਸਦਾ ਵੀ ਸੰਵਿਧਾਨ ਦੇ ਵਿੱਚ ਅੰਦਰ ਓਵਰਆਲ ਕੀ ਲਿਖਿਆ ਗਿਆ, ਸੰਵਿਧਾਨ ਓਵਰਆਲ ਕੀ ਕਹਿ ਰਿਹਾ ਆਪਾਂ ਨੂੰ। ਸੋ ਤੇ ਇਹ 2 ਚੀਜ਼ਾਂ ਤੇ ਇੰਪੋਰਟੈਂਟ ਨੇ। ਇਹ ਪਹਿਲਾ ਵੀ ਪ੍ਰੈਂਬਲ ਅਮੈਂਡਮੈਂਟ ਐਕਟ ਆਫ 1976, ਇਹਦੇ ਵਿੱਚ ਤਾਂ ਆਪਾਂ ਪੜ੍ਹ ਹੀ ਚੁੱਕੇ ਹਾਂ ਵੀ ਸੋਸ਼ਲਿਸਟ, ਸੈਕੂਲਰ ਅਤੇ ਇੰਟੀਗ੍ਰਿਟੀ ਵਾਲਾ ਜਿਹੜੇ 3 ਸ਼ਬਦ ਨੇ। ਤਾਂ ਹੁਣ ਪ੍ਰੈਂਬਲ ਕੀ ਆ, ਸਭ ਤੋਂ ਪਹਿਲੀ ਜ਼ਰੂਰੀ ਵੀ ਪ੍ਰੈਂਬਲ ਇਜ਼ ਨਾਟ ਅ ਸੋਰਸ, ਪ੍ਰੈਂਬਲ ਇਜ਼ ਨਾਈਦਰ ਅ ਸੋਰਸ ਆਫ ਪਾਵਰ ਫॉर legislature ਨੋਰ ਆ ਪ੍ਰੋਹਿਬਿਸ਼ਨ, ਨਾ ਹੀ ਇਹ ਕੋਈ ਕਿਸੇ ਪ੍ਰਕਾਰ ਦੀ ਲੈਜਿਸਲੇਚਰ ਦੀ ਪਾਵਰ ਦੇ ਉੱਤੇ ਪ੍ਰੋਹਿਬਿਸ਼ਨ ਆ। ਦੂਜਾ, ਇਟ ਇਜ਼ ਨਾਨ ਜਸਟਿਸੇਬਲ, ਇਸ ਨੂੰ ਆਪਾਂ ਕੋਰਟ ਦੇ ਵਿੱਚ ਜਿਵੇਂ ਫੰਡਾਮੈਂਟਲ ਰਾਈਟਸ ਜੇ ਆਪਣੇ ਮਾਰੇ ਜਾਂਦੇ ਆ ਤਾਂ ਆਪਾਂ ਕੋਰਟ ਦੇ ਵਿੱਚ ਜਾ ਸਕਦੇ ਹਾਂ, ਜਸਟਿਸ ਲੈ ਸਕਦੇ ਹਾਂ। ਇਹਦੀਆਂ ਕੋਈ ਵੀ ਪ੍ਰੋਵੀਜ਼ਨ ਹੈ ਜਿਹੜੀ ਉਹ ਕੋਰਟ ਦੇ ਵਿੱਚ ਆਪਾਂ ਇਨਫੋਰਸੇਬਲ ਬਾਏ ਲਾ ਨਹੀਂ ਹੈਗੀ। ਸੋ ਇਹ 2 ਚੀਜ਼ਾਂ ਨੇ ਜਿਹੜੀਆਂ ਪ੍ਰੈਂਬਲ ਦੇ ਵਿੱਚ ਖਾਸੀਅਤ ਨੇ, ਜਿਹੜੀਆਂ ਕਿ ਆਪਾਂ ਨੂੰ ਹਮੇਸ਼ਾ ਯਾਦ ਰੱਖਣੀਆਂ ਚਾਹੀਦੀਆਂ ਵੀ ਨਾ ਤਾਂ ਇਹ ਕਿਸੇ ਚੀਜ਼ 'ਤੇ ਲੈਜਿਸਲੇਚਰ ਦੇ ਉੱਤੇ ਪਾਬੰਦੀ ਆ, ਨਾ ਹੀ ਉਹਨੂੰ ਕੋਈ ਪਾਵਰ ਆ, ਨਾ ਹੀ ਇਹ ਨਾਨ ਜਸਟਿਸੇਬਲ ਹੈ। ਇਹ ਇੱਕ ਸਿਰਫ ਆਇਡੈਂਟੀਟੀ ਕਾਰਡ ਆ ਜਿਹੜਾ ਕਿ ਸੰਵਿਧਾਨ ਦੇ ਵਿੱਚ ਇੱਕ ਓਵਰਆਲ ਕੀ ਸੰਵਿਧਾਨ ਦੱਸ ਰਿਹਾ ਆਪਾਂ ਨੂੰ ਉਹਦੇ ਬਾਰੇ ਦੱਸਦਾ ਵਾ। ਸੋ ਇਹ ਸੀਗੀ ਆਪਣੀ ਅੱਜ ਦੀ ਵੀਡੀਓ ਪ੍ਰੈਂਬਲ ਦੇ ਬਾਰੇ। ਅਗਲੀ ਵੀਡੀਓ ਜਿਹੜੀ ਆਪਾਂ ਉਸ ਤੋਂ ਬਾਅਦ ਹੁਣ ਸ਼ੁਰੂ ਕਰਾਂਗੇ ਯੂਨੀਅਨ ਐਂਡ ਸਟੇਟਸ ਦੇ ਬਾਰੇ। ਭਾਵ ਆਪਾਂ ਹੁਣ ਕੌਂਸਟੀਟਿਊਸ਼ਨ ਦਾ ਪਹਿਲਾ ਪੇਜ ਖੋਲ੍ਹ ਲਿਆ, ਪਹਿਲਾ ਪੇਜ ਸੀਗਾ ਪ੍ਰੈਂਬਲ, ਹੁਣ ਦੂਜਾ ਪੇਜ 'ਤੇ ਆਪਾਂ ਆਵਾਂਗੇ। ਦੂਜਾ ਪੇਜ ਆਰਟੀਕਲ 1 ਤੋਂ ਸ਼ੁਰੂ ਹੁੰਦਾ ਜਿਹਦੇ ਵਿੱਚ ਯੂਨੀਅਨ ਐਂਡ ਸਟੇਟਸ ਦੇ ਬਾਰੇ ਲਿਖਿਆ ਗਿਆ। ਉਸ ਤੋਂ ਬਾਅਦ ਸਿਟੀਜ਼ਨਸ਼ਿਪ ਦੇ ਬਾਰੇ, ਉਦੋਂ ਬਾਅਦ ਫੰਡਾਮੈਂਟਲ ਰਾਈਟਸ, ਉਸ ਤੋਂ ਬਾਅਦ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ, ਅਤੇ ਉਸ ਤੋਂ ਬਾਅਦ ਆਪਣੇ ਫੰਡਾਮੈਂਟਲ ਡਿਊਟੀਜ਼ ਆ ਗਈਆਂ। ਫਿਰ ਇੱਦਾਂ ਪ੍ਰੈਜ਼ੀਡੈਂਟ ਬਾਰੇ ਆ ਗਿਆ, ਪਾਰਲੀਮੈਂਟ ਬਾਰੇ, ਹੌਲੀ ਹੌਲੀ ਇਹ ਸਾਰਾ ਕੀ ਆਪਾਂ ਕਵਰ ਕਰਦੇ ਰਹਾਂਗੇ। ਸੋ ਅੱਜ ਲਈ ਇੰਨਾ ਹੀ ਸੀਗਾ ਇਸ ਵੀਡੀਓ ਤੱਕ। ਧੰਨਵਾਦ ਜੀ।